ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਪ੍ਰਥਮ ਭਗਉਤੀ ਸਿਮਰ ਕੈ, ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ, ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ। ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ, ਈਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਹਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਹਕ ਹਕ ਅਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਤ, ਬੰਦੋ ਕਰ ਅਨੁਰਾਗ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਬੇ ਜੋਗ। ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ। ਆਤਮ ਰਸ ਜੇ ਜਾਨਹੀ, ਸੋ ਹੈ ਖਾਲਸ ਦੇਵ। ਪ੍ਰਭ ਮਹਿ ਮੋਹ ਮਹਿ ਤਾਸ ਮਹਿ, ਰੰਚਕ ਨਾਹਿਨ ਭੇਵ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਗੁਰਪੰਥ ਪ੍ਰਕਾਸ਼ ਗ੍ਰੰਥੀ ਦੋਹਰਾ। ਸ੍ਰੀ ਗੁਰੂ ਨਾਨਕ ਚਰਨ ਬੰਦ, ਗੁਰ ਗੋਬਿੰਦ ਸਿੰਘ ਧਿਆਏ। ਲਿਖੋ ਉਤਪਤੀ ਖਾਲਸੇ, ਮੋਹ ਨਿਜ ਕਰੋ ਸਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਜਿੱਥੇ ਸਤਿਗੁਰੂ ਜੀ ਦੀ ਰਹਿਮਤ ਦੇ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਔਰ ਉਹਦੇ ਨਾਲ ਆਪਾਂ ਗੁਰ ਇਤਿਹਾਸ ਦੀ ਵੀ ਜਿਹੜੀ ਵਾਰਤਕ ਰੂਪ ਦੇ ਵਿੱਚ ਲੜੀਵਾਰ ਵਿਚਾਰ ਆਰੰਭੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੀ ਵਿਚਾਰ ਚੱਲ ਰਹੀ ਹੈ। ਉਹਦੇ ਤੋਂ ਇਲਾਵਾ ਹੁਣ ਸਤਿਗੁਰੂ ਨੇ ਰਹਿਮਤ ਕੀਤੀ ਵੀ ਜਿੱਥੇ ਆਪਾਂ ਗੁਰਬਾਣੀ ਵਿਚਾਰ ਰਹੇ ਹਾਂ, ਗੁਰ ਇਤਿਹਾਸ ਵਿਚਾਰ ਰਹੇ ਹਾਂ, ਉੱਥੇ ਗੁਰੂ ਸਾਹਿਬਾਨਾਂ ਤੋਂ ਬਾਅਦ ਖਾਲਸੇ ਨੇ ਆਪਣਾ ਜੀਵਨ ਕਿਵੇਂ ਹੰਢਾਇਆ, ਉਹਦੀ ਵਿਚਾਰ ਵੀ ਚੱਲਣੀ ਅਤਿਅੰਤ ਜ਼ਰੂਰੀ ਹੈ। ਤੋ ਇਸ ਕਰਕੇ ਜਦੋਂ ਖਾਲਸੇ ਦੇ ਇਤਿਹਾਸ ਦੀ ਗੱਲ ਆਉਂਦੀ ਹੈ ਔਰ ਖਾਲਸੇ ਦੇ ਇਤਿਹਾਸ ਦੀ ਵਿਚਾਰ ਦੀ ਗੱਲ ਆਉਂਦੀ ਹੈ, ਅਤੇ ਫਿਰ ਸਾਡੇ ਮਨ ਦੇ ਵਿੱਚ ਪ੍ਰਾਚੀਨ ਪੰਥ ਪ੍ਰਕਾਸ਼ ਦੀ ਗੱਲ ਆਉਂਦੀ ਹੈ। ਕਿਉਂਕਿ ਪੰਥ ਪ੍ਰਕਾਸ਼ ਇੱਕ ਐਸਾ ਗ੍ਰੰਥ ਹੈ
ਜਿਸ ਵਿੱਚ ਸਮੁੱਚੇ ਖਾਲਸੇ ਦਾ ਇਤਿਹਾਸ ਲਿਖਿਆ ਗਿਆ ਹੈ। ਇਹ ਯਾਦ ਰਹੇ ਸਾਧ ਸੰਗਤ। ਵਿਚਾਰ ਕਰਨ ਤੋਂ ਪਹਿਲਾਂ ਥੋੜ੍ਹੀ ਜਿਹੀ ਭੂਮਿਕਾ ਆਪ ਜੀ ਦੇ ਚਰਨਾਂ 'ਤੇ ਰੱਖਣੀ ਚਾਹੁੰਦਾ ਹਾਂ। ਪੰਥ ਪ੍ਰਕਾਸ਼ ਤੋਂ ਪਹਿਲਾਂ ਸਾਡੇ ਕੋਲ ਐਸਾ ਕੋਈ ਗ੍ਰੰਥ ਮੌਜੂਦ ਨਹੀਂ ਸੀ ਜਿਹਦੇ ਵਿੱਚ ਸਮੁੱਚੇ ਖਾਲਸੇ ਦਾ ਇਤਿਹਾਸ ਲਿਖਿਆ ਗਿਆ ਹੋਵੇ। ਠੀਕ ਹੈ, ਸਾਡੇ ਕੋਲ ਗੁਰ ਇਤਿਹਾਸ ਲਿਖਿਆ ਮਿਲਦਾ ਸੀ। ਇਸ ਤੋਂ ਪਹਿਲਾਂ ਸਾਡੇ ਕੋਲ ਜਨਮ ਸਾਖੀਆਂ ਮਿਲਦੀਆਂ ਸੀ, ਗੁਰਬਿਲਾਸ ਲਿਖੇ ਮਿਲਦੇ ਸੀ, ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਜੀ ਦੀਆਂ ਜੀਵਨੀਆਂ ਦੇ ਬਾਰੇ ਲਿਖਿਆ ਗਿਆ। ਪਰ ਖਾਲਸੇ ਦਾ ਇਤਿਹਾਸ ਕਿਸੇ ਗ੍ਰੰਥ ਵਿੱਚ ਹਜੇ ਤੱਕ ਨਹੀਂ ਸੀ ਲਿਖਿਆ ਗਿਆ। ਤੋ ਇਸ ਕਰਕੇ ਸਤਿਗੁਰੂ ਜੀ ਨੇ ਰਹਿਮਤ ਕੀਤੀ, ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਨੇ ਇਹ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਲਿਖਿਆ, ਜਿਸ ਦੇ ਵਿੱਚ ਸਾਨੂੰ ਖਾਲਸੇ ਦਾ ਇਤਿਹਾਸ ਮਿਲਦਾ ਹੈ। ਅਸੀਂ ਰੋਜ਼ 2 ਵਕਤ ਅਰਦਾਸ ਕਰਦੇ ਹਾਂ ਅਤੇ ਅਰਦਾਸ ਦੇ ਵਿੱਚ ਇੱਕ ਬੰਦ ਪੜ੍ਹਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਉਹਨਾਂ ਸਿੰਘਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਖੋਪੜੀਆਂ ਲੋਹਾਈਆਂ, ਜਿਨ੍ਹਾਂ ਨੇ ਬੰਦ ਕਟਾਏ, ਜਿਨ੍ਹਾਂ ਨੂੰ ਆਰਿਆਂ ਦੇ ਨਾਲ ਚੀਰਿਆ ਗਿਆ, ਜਿਨ੍ਹਾਂ ਨੇ ਆਪਣੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਈ। ਔਰ ਉਹ ਸਿੰਘਾਂ ਦਾ ਜਿਹੜਾ ਇਤਿਹਾਸ, ਇਹ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਘਟਨਾਵਾਂ ਹੈ ਉਹ 18ਵੀਂ ਸਦੀ ਦੇ ਵਿੱਚ ਮਿਲਦੀਆਂ ਹੈ ਸਾਧ ਸੰਗਤ। ਇਸ ਕਰਕੇ ਇਹ ਜੋ ਗ੍ਰੰਥ ਦੀ ਵਿਚਾਰ ਅੱਜ ਆਪਾਂ ਆਰੰਭ ਕਰਨ ਲੱਗੇ ਹਾਂ, ਠੀਕ ਹੈ, ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਨੇ ਆਰੰਭ ਦੇ ਵਿੱਚ ਭੂਮਿਕਾ ਦੇ ਤੌਰ 'ਤੇ ਪਹਿਲਾਂ ਗੁਰ ਇਤਿਹਾਸ ਸੰਖੇਪ ਰੂਪ 'ਚ ਲਿਖਿਆ ਹੈ। ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਬਿਲਕੁਲ ਸੰਖੇਪ ਰੂਪ। ਪਰ ਉਸ ਤੋਂ ਬਾਅਦ ਉਹਨਾਂ ਨੇ ਖਾਲਸੇ ਦਾ ਇਤਿਹਾਸ ਆਰੰਭ ਕੀਤਾ ਅਤੇ ਡਿਟੇਲ ਦੇ ਵਿੱਚ ਲਿਖਿਆ। ਸਤਿਗੁਰੂ ਜੀ ਰਹਿਮਤ ਕਰਨ, ਅੱਜ ਇਸ ਗ੍ਰੰਥ ਦੀ ਵਿਚਾਰ ਆਰੰਭਣੀ ਹੈ। ਪਰ ਆਰੰਭਣ ਤੋਂ ਪਹਿਲਾਂ ਨਾਲ ਹੀ ਮੈਂ ਇਸ ਗ੍ਰੰਥ ਦੇ ਕਰਤੇ ਦਾ ਵੀ ਜ਼ਿਕਰ ਜ਼ਰੂਰ ਕਰਾਂ ਸਾਧ ਸੰਗਤ, ਕਿਉਂਕਿ ਜਦੋਂ ਅਸੀਂ ਕੋਈ ਵੀ ਕਿਤਾਬ ਪੜ੍ਹਦੇ ਹਾਂ ਜਾਂ ਕੋਈ ਗ੍ਰੰਥ ਪੜ੍ਹਦੇ ਹਾਂ, ਸਭ ਤੋਂ ਪਹਿਲਾਂ ਅਸੀਂ ਉਹਦੇ ਕਰਤੇ ਬਾਰੇ, ਉਸ ਕਿਤਾਬ ਨੂੰ ਜਾਂ ਉਸ ਗ੍ਰੰਥ ਨੂੰ ਲਿਖਣ ਵਾਲੇ ਬਾਰੇ ਜ਼ਰੂਰ ਜਾਣਨਾ ਚਾਹੁੰਦੇ ਹਾਂ। ਕਿਉਂਕਿ ਜਿੰਨਾ ਲਿਖਣ ਵਾਲਾ ਵਿਸ਼ਵਾਸ ਦਾ ਪਾਤਰ ਹੋਵੇਗਾ, ਜਿੰਨਾ ਵਿਸ਼ਵਾਸ ਲਿਖਣ ਵਾਲੇ 'ਤੇ ਵੱਜੇਗਾ, ਉਨਾ ਹੀ ਵਿਸ਼ਵਾਸ ਉਹਦੀ ਲਿਖਤ 'ਤੇ ਵੱਜੇਗਾ। ਜੇ ਲਿਖਾਰੀ 'ਤੇ ਵਿਸ਼ਵਾਸ ਨਹੀਂ ਨਾ ਵੱਜਿਆ ਤਾਂ ਫਿਰ ਜਿਹੜੀ ਚੀਜ਼ ਉਹਨੇ ਲਿਖੀ ਉਹਦੇ 'ਤੇ ਵੀ ਵਿਸ਼ਵਾਸ ਨਹੀਂ ਬਣੇਗਾ। ਸਾਡੇ ਮਨ 'ਚ ਸ਼ੱਕ ਹੀ ਰਹੂਗਾ ਵੀ ਬੰਦਾ ਲਿਖਣ ਵਾਲਾ ਤਾਂ ਐਵੇਂ ਦਾ ਸੀ, ਪਤਾ ਨਹੀਂ ਉਹਨੇ ਹੁਣ ਸੱਚ ਲਿਖਿਆ ਹੋਊਗਾ ਕਿ ਝੂਠ ਲਿਖਿਆ ਹੋਊਗਾ। ਪਰ ਜੇ ਵਿਸ਼ਵਾਸ ਵੱਜ ਜਾਵੇ ਵੀ ਲਿਖਣ ਵਾਲਾ ਹੀ ਬੜਾ ਕਮਾਲ ਦਾ ਸੀ, ਤੇ ਉਹਦੀ ਲਿਖਤ 'ਤੇ ਵਿਸ਼ਵਾਸ ਆਪਣੇ ਆਪ ਹੀ ਬਣ ਜਾਂਦਾ ਹੈ। ਤੋ ਇਹ ਬੇਨਤੀ ਕਰਾਂ ਸਾਧ ਸੰਗਤ, ਭਾਈ ਰਤਨ ਸਿੰਘ ਭੰਗੂ ਜੀ ਜਿਨ੍ਹਾਂ ਨੇ ਇਹ ਗ੍ਰੰਥ ਲਿਖਿਆ, ਇਹ ਕੋਈ ਆਮ ਮਨੁੱਖ ਨਹੀਂ ਸਨ। 18ਵੀਂ ਸਦੀ ਦੇ ਪ੍ਰਸਿੱਧ ਨਾਇਕ ਹੋਏ ਨੇ ਭਾਈ ਮਹਿਤਾਬ ਸਿੰਘ ਜੀ ਮੀਰਾਕੋਟ ਵਾਲੇ, ਜਿਨ੍ਹਾਂ ਨੇ ਭਾਈ ਸੁੱਖਾ ਸਿੰਘ ਜੀ ਦੇ ਨਾਲ ਮਿਲ ਕੇ ਸ੍ਰੀ ਦਰਬਾਰ ਸਾਹਿਬ ਦੀ ਬੇਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਵੱਢਿਆ। ਮੱਸੇ ਰੰਗੜ ਦਾ ਸਿਰ ਵੱਢਣ ਵਾਲੇ ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਨੇ ਭਾਈ ਰਤਨ ਸਿੰਘ ਭੰਗੂ। ਆਪ ਜੀ ਦੇ ਪਿਤਾ ਸਰਦਾਰ ਰਾਏ ਸਿੰਘ ਜੀ ਔਰ ਨਾਨਾ ਸਿਆਮ ਸਿੰਘ ਜੀ ਕਰੋੜੀਆ ਮਿਸਲ ਦੇ ਹੋਏ ਜਿਹੜੇ। ਤੋ ਇਹਦਾ ਮਤਲਬ ਵੀ ਆਪ ਜੀ ਦਾ ਪਰਿਵਾਰ ਸੰਪੂਰਨ ਗੁਰਸਿੱਖ ਹੈ, ਔਰ ਆਪ ਜੀ ਦਾ ਪਰਿਵਾਰ ਉਹ ਪਰਿਵਾਰ ਹੈ ਜਿਹਨੇ 18ਵੀਂ ਸਦੀ ਦੇ ਇਤਿਹਾਸ ਦੇ ਵਿੱਚ ਵੱਡਾ ਯੋਗਦਾਨ ਦਿੱਤਾ। ਉਹਨਾਂ ਨੇ ਖੁਦ ਉਹ ਇਤਿਹਾਸ ਹੰਢਾਇਆ। ਤੋ ਇਸ ਕਰਕੇ ਉਸ ਪਰਿਵਾਰ ਦੀ ਵਿਰਾਸਤ ਦੇ ਵਿੱਚੋਂ ਹੀ ਆਪ ਨੂੰ ਗੁਰਸਿੱਖੀ ਮਿਲੀ, ਅਤੇ ਪਰਿਵਾਰ ਦੇ ਵਿੱਚੋਂ ਹੀ ਆਪ ਜੀ ਨੇ ਇਸ ਇਤਿਹਾਸ ਨੂੰ ਸੁਣਿਆ, ਔਰ ਜਿਹਨੂੰ ਉਹਨਾਂ ਨੇ ਫਿਰ ਛੰਦਬੰਦੀ ਕਰਕੇ ਸਾਨੂੰ ਗ੍ਰੰਥ ਰੂਪ ਦੇ ਵਿੱਚ ਦਿੱਤਾ। ਹਾਲਾਂਕਿ ਵਕਤੀ ਤੌਰ 'ਤੇ ਇਸ ਗ੍ਰੰਥ ਦੇ ਲਿਖਣ ਦਾ ਕਾਰਨ ਵੀ ਬਣਿਆ ਹੈ ਸਾਧ ਸੰਗਤ। ਕਹਿੰਦੇ ਨੇ ਕਿ ਡੇਵਿਡ ਔਕਟਰਲੋਨੀ ਦੇ ਕਹਿਣ 'ਤੇ ਜਿਹੜਾ ਕਪਤਾਨ ਮਰੇ ਹੈ, ਇਹ ਸਿੱਖ ਇਤਿਹਾਸ ਦੀ ਖੋਜ ਕਰ ਰਿਹਾ ਹੈ। ਇਸ ਕਰਕੇ ਇਸ ਕਪਤਾਨ ਮਰੇ ਨੇ ਬੂਟੇ ਸ਼ਾਹ, ਜੋ ਇੱਕ ਮੁਸਲਮਾਨ ਹੈ, ਉਹਨੂੰ ਫਾਰਸੀ ਦੇ ਵਿੱਚ ਸਿੱਖ ਇਤਿਹਾਸ ਲਿਖਣ ਲਈ ਕਿਹਾ। ਅਤੇ ਜਦੋਂ ਬੂਟੇ ਸ਼ਾਹ ਸਿੱਖ ਇਤਿਹਾਸ ਲਿਖਦਾ ਹੈ, ਉਹ ਸਿੱਖਾਂ ਦੇ ਇਤਿਹਾਸ ਦੇ ਨਾਲ ਇਨਸਾਫ ਨਹੀਂ ਕਰਦਾ। ਉਹ ਸਿੱਖਾਂ ਨੂੰ ਇੱਕ ਲੁਟੇਰੇ ਅਤੇ ਧਾੜਵੀ ਹੀ ਸਾਬਤ ਕਰਨਾ ਚਾਹੁੰਦਾ ਹੈ। ਪਰ ਉਹਨੇ ਜਦੋਂ ਇਤਿਹਾਸ ਲਿਖਿਆ, ਉਹਦੇ ਵਿੱਚ ਸਿੱਖਾਂ ਦੇ ਅਮੀਰ ਵਿਰਸੇ ਦਾ ਕੋਈ ਜ਼ਿਕਰ ਨਹੀਂ ਕੀਤਾ। ਉਹਨੇ ਗੁਰੂ ਸਾਹਿਬ ਜੀ ਦੇ ਮਹਾਨ ਜੀਵਨ ਦਾ ਕੋਈ ਜ਼ਿਕਰ ਨਹੀਂ ਕੀਤਾ।
ਖਾਲਸੇ ਨੇ ਕਿਵੇਂ ਰਾਜ ਭਾਗ ਲਿਆ, ਕੋਈ ਜ਼ਿਕਰ ਨਹੀਂ ਕੀਤਾ। ਉਹਨੇ ਸਿੱਖਾਂ ਨੂੰ ਬਸ ਇੱਕ ਲੁਟੇਰੇ ਤੇ ਧਾੜਵੀ ਹੀ ਸਾਬਤ ਕੀਤਾ। ਜਦੋਂ ਇਹ ਗੱਲ ਭਾਈ ਰਤਨ ਸਿੰਘ ਭੰਗੂ ਜੀ ਨੂੰ ਪਤਾ ਲੱਗਦੀ ਹੈ ਕਿ ਇੱਕ ਬੜੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਜਿਹਦੇ ਵਿੱਚ ਸਿੱਖਾਂ ਦਾ ਇਤਿਹਾਸ ਮਲੀਆ ਮੇਟ ਕੀਤਾ ਜਾ ਰਿਹਾ ਹੈ, ਇਸ ਕਰਕੇ ਭਾਈ ਰਤਨ ਸਿੰਘ ਜੀ ਨੇ ਆਪਣਾ ਫਰਜ਼ ਸਮਝਿਆ, ਮਨ ਵਿੱਚ ਵਿਚਾਰ ਕੀਤੀ ਵੀ ਜੇ ਗੁਰਸਿੱਖ ਆਪਣਾ ਇਤਿਹਾਸ ਦੁਨੀਆ ਸਾਹਮਣੇ ਨਾ ਰੱਖ ਸਕੇ ਤੇ ਦੁਨੀਆ ਨੇ ਜੇ ਸਿੱਖਾਂ ਦਾ ਇਤਿਹਾਸ ਲਿਖਿਆ ਤੇ ਉਹ ਸਿੱਖਾਂ ਦੇ ਇਤਿਹਾਸ ਨਾਲ ਇਨਸਾਫ ਨਹੀਂ ਕਰਨਗੇ। ਇਸ ਕਰਕੇ ਭਾਈ ਰਤਨ ਸਿੰਘ ਭੰਗੂ ਜੀ 1809 ਦੇ ਵਿੱਚ ਲੁਧਿਆਣੇ ਦੀ ਧਰਤੀ ਤੇ ਕਪਤਾਨ ਮਰੇ ਨੂੰ ਮਿਲਦੇ ਹਨ ਔਰ ਉਹਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾ ਕੇ ਪ੍ਰਭਾਵਿਤ ਕਰਦੇ ਨੇ। ਹਾਲਾਂਕਿ ਕਪਤਾਨ ਮਰੇ ਨੇ ਭਾਈ ਸਾਹਿਬ ਜੀ ਨੂੰ ਬੂਟੇ ਸ਼ਾਹ ਦਾ ਲਿਖਿਆ ਇਤਿਹਾਸ ਵੀ ਦਿਖਾਇਆ, ਪਰ ਭਾਈ ਸਾਹਿਬ ਜੀ ਨੇ ਉਹਦੇ ਲਿਖੇ ਨੂੰ ਝੂਠਾ ਸਾਬਤ ਕੀਤਾ ਔਰ ਉਸ ਵਕਤ ਫਿਰ ਆਪ ਜੀ ਨੇ ਅੰਗਰੇਜ਼ਾਂ ਨੂੰ ਸਿੱਖਾਂ ਦਾ ਇਤਿਹਾਸ ਦੱਸਿਆ, ਲਿਖਾਇਆ ਔਰ ਉਸ ਤੋਂ ਬਾਅਦ 1809 ਦੇ ਵਿੱਚ ਅੰਗਰੇਜ਼ਾਂ ਨੂੰ ਦੱਸਿਆ। ਫਿਰ ਭਾਈ ਸਾਹਿਬ ਜੀ ਨੇ ਵਿਚਾਰ ਕੀਤੀ ਵੀ ਇਹ ਇਤਿਹਾਸ ਤਾਂ ਸਾਨੂੰ ਗੁਰਸਿੱਖਾਂ ਵਾਸਤੇ ਵੀ ਪ੍ਰੋਵਾਈਡ ਕਰਾਉਣਾ ਚਾਹੀਦਾ ਹੈ। ਫਿਰ ਉਹਨਾਂ ਨੇ ਛੰਦਬੰਦੀ ਕਰਕੇ ਗ੍ਰੰਥ ਦੇ ਰੂਪ ਦੇ ਵਿੱਚ ਸਾਧ ਸੰਗਤ 1841 ਦੇ ਵਿੱਚ ਇਹ ਪੰਥ ਪ੍ਰਕਾਸ਼ ਨਾਮ ਦਾ ਗ੍ਰੰਥ ਸਿੱਖਾਂ ਨੂੰ ਸਪੁਰਦ ਕੀਤਾ ਹੈ ਸਾਧ ਸੰਗਤ। ਤੋਂ ਇਸ ਗ੍ਰੰਥ ਦੀ ਵਿਚਾਰ ਆਪਾਂ ਨੇ ਆਰੰਭ ਕਰਨੀ ਹੈ ਸਾਧ ਸੰਗਤ। ਤੋਂ ਆਓ ਇਸ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਸਾਰੇ ਆਪਣੀ ਸੁਰਤ ਸਤਿਗੁਰਾਂ ਦੇ ਚਰਨਾਂ ਤੇ ਜੋੜੀਏ ਔਰ ਰਸਨਾ ਤੋਂ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਾਈ ਰਤਨ ਸਿੰਘ ਜੀ ਇਸ ਗ੍ਰੰਥ ਦੀ ਆਰੰਭਤਾ ਮੰਗਲ ਤੋਂ ਕਰਦੇ ਹਨ। ਮੰਗਲਾਚਰਨ ਪਰਮਾਤਮਾ ਦੀ ਅਸੀਸ ਲਈ ਜਾ ਰਹੀ ਹੈ। ਵਾਹਿਗੁਰੂ ਜੀ ਆਪ ਜੀ ਇੱਕ ਹੋ, ਇੱਕ ਰਸ ਵਿਆਪਕ ਹੋ ਔਰ ਉਹ ਜੋ ਪ੍ਰਮਾਤਮਾ ਇੱਕ ਹੈ ਸੱਚੇ ਸਤਿਗੁਰੂ ਦੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਮਿਲਦਾ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਔਰ ਉਹ ਜੋ ਵਾਹਿਗੁਰੂ ਜੀ ਹੈ ਉਹਦੀ ਸਦਾ ਹੀ ਫਤਿਹ ਹੈ, ਉਹ ਸਦਾ ਹੀ ਜਿੱਤਿਆ। ਹੁਣ ਦੇਖੋ ਇਹ ਦੋ ਮੰਗਲ ਭਾਈ ਸਾਹਿਬ ਜੀ ਨੇ ਵਰਤੇ ਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ, ਮਹਾਰਾਜ ਦੀ ਬਾਣੀ ਦੇ ਅੰਦਰ ਜ਼ਿਆਦਾਤਰ ਜਿਹੜਾ ਮੰਗਲ ਆਉਂਦਾ ਉਹ ਇਹੀ ਆਉਂਦਾ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਔਰ ਜਦੋਂ ਅਸੀਂ ਸ੍ਰੀ ਦਸਮ ਗ੍ਰੰਥ ਦਾ ਪਾਠ ਕਰਦੇ ਹਾਂ ਉਹਦੇ ਵਿੱਚ ਮੰਗਲ ਆਉਂਦਾ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਔਰ ਭਾਈ ਰਤਨ ਸਿੰਘ ਜੀ ਨੇ ਫਿਰ ਇਹਨਾਂ ਦੋਨਾਂ ਹੀ ਮੰਗਲਾਂ ਦੀ ਵਰਤੋਂ ਇੱਥੇ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਆਉਣ ਵਾਲੇ ਮੰਗਲ ਦੀ ਵੀ ਵਰਤੋਂ ਕੀਤੀ ਔਰ ਸ੍ਰੀ ਦਸਮ ਗ੍ਰੰਥ ਦੇ ਅੰਦਰ ਆਉਣ ਵਾਲੀ ਵੀ ਮੰਗਲ ਦੀ ਜਿਹੜੀ ਵਰਤੋਂ ਇੱਥੇ ਕੀਤੀ। ਪੁਰਾਣੇ ਸਮੇਂ ਜਦੋਂ ਵੀ ਕੋਈ ਗ੍ਰੰਥ ਲਿਖਿਆ ਜਾਂਦਾ ਸੀ ਸਭ ਤੋਂ ਪਹਿਲਾਂ ਮੰਗਲ ਉਚਾਰਨ ਕੀਤਾ ਜਾਂਦਾ ਸੀ। ਉਹ ਇਸ ਕਰਕੇ ਕਿ ਵਾਹਿਗੁਰੂ ਜੀ ਤੋਂ ਜਾਂ ਆਪਣੇ ਇਸ਼ਟ ਤੋਂ ਅਸੀਸ ਲਈ ਜਾਂਦੀ ਹੈ ਕਿ ਹੇ ਮੇਰੇ ਇਸ਼ਟ ਤੂੰ ਕਿਰਪਾ ਕਰ, ਮੈਂ ਇਹ ਗ੍ਰੰਥ ਲਿਖਣ ਲੱਗਾ ਹੈ, ਤੂੰ ਆਪ ਸਹਾਈ ਹੋਣਾ ਹੈ। ਔਰ ਦੂਜਾ ਮੰਗਲ ਲਿਖਣਾ ਇਹ ਸਾਬਤ ਕਰਦਾ ਸੀ ਵੀ ਇਹ ਗ੍ਰੰਥ ਕਿਸੇ ਆਸਤਕ ਦਾ, ਪ੍ਰਮਾਤਮਾ ਤੇ ਸ਼ਰਧਾ ਕਰਨ ਵਾਲੇ ਦਾ ਲਿਖਿਆ ਜਾਂਦਾ ਹੈ, ਲਿਖਿਆ ਗਿਆ ਹੈ। ਇਸ ਕਰਕੇ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਤੱਕ ਜਦੋਂ ਵੀ ਗ੍ਰੰਥ ਕੋਈ ਲਿਖਿਆ ਜਾਂਦਾ ਸੀ ਉਹਦੇ ਵਿੱਚ ਮੰਗਲ ਜ਼ਰੂਰ ਲਿਖਿਆ ਜਾਂਦਾ ਸੀ। ਅੱਜ ਕੱਲ੍ਹ ਤੁਸੀਂ ਦੇਖੋ ਕਿੰਨੀਆਂ ਕਿਤਾਬਾਂ, ਕਿੰਨੇ ਗ੍ਰੰਥ ਲਿਖੇ ਜਾਂਦੇ, ਅੱਜ ਕੋਈ ਮੰਗਲ ਦੀ ਵਰਤੋਂ ਨਹੀਂ ਕਰਦਾ ਕਿਉਂਕਿ ਹੌਲੀ ਹੌਲੀ ਕਰਕੇ ਸਾਡਾ ਮਨ ਨਾਸਤਕ ਹੁੰਦਾ ਜਾ ਰਿਹਾ ਹੈ, ਸਾਡੀ ਸ਼ਰਧਾ ਘਟਦੀ ਜਾ ਰਹੀ ਹੈ। ਪਰ ਪੁਰਾਣੇ ਸਮੇਂ ਗੁਰਸਿੱਖ ਮੰਗਲ ਕੀਤੇ ਤੋਂ ਬਿਨਾਂ ਗ੍ਰੰਥ ਦੀ ਆਰੰਭਤਾ ਨਹੀਂ ਸੀ ਕਰਦੇ। ਤਾਂ ਭਾਈ ਸਾਹਿਬ ਜੀ ਇਹ ਮੰਗਲ ਉਚਾਰਨ ਕਰਕੇ ਵਾਹਿਗੁਰੂ ਜੀ ਦੀ ਅਸੀਸ ਲੈ ਕੇ ਫਿਰ ਇਸ ਗ੍ਰੰਥ ਦੀ ਆਰੰਭਤਾ ਕਰਦੇ ਹਨ। ਸ੍ਰੀ ਗੁਰਪੰਥ ਪ੍ਰਕਾਸ਼ ਗ੍ਰੰਥੇ। ਅਥ ਸ੍ਰੀ ਗੁਰਪੰਥ ਪ੍ਰਕਾਸ਼ ਗ੍ਰੰਥੇ, ਸ਼ਬਦ ਨਹੀਂ ਮਿਸ ਕਰਨਾ ਕੋਈ। ਕਹਿੰਦੇ ਜੀ ਹੁਣ ਮੈਂ ਸ੍ਰੀ ਗੁਰਪੰਥ ਪ੍ਰਕਾਸ਼ ਗ੍ਰੰਥ ਦੀ ਜਿਹੜੀ ਵਿਚਾਰ ਉਹ ਆਰੰਭ ਕਰਨ ਲੱਗਾ ਹਾਂ। ਦੋਹਰਾ ਸ੍ਰੀ ਗੁਰੂ ਨਾਨਕ ਚਰਨ ਬੰਦ ਗੁਰ ਗੋਬਿੰਦ ਸਿੰਘ ਧਿਆਏ। ਭਾਈ ਸਾਹਿਬ ਜੀ ਹੁਣ ਆਰੰਭ ਕਰਦੇ ਹਨ। ਕਹਿੰਦੇ ਇਹ ਧੰਨ ਗੁਰੂ ਨਾਨਕ ਸਾਹਿਬ ਜੀ, ਆਪ ਜੀ ਦੇ ਚਰਨਾਂ ਤੇ ਬੰਦਨਾ ਹੈ, ਨਮਸਕਾਰ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਆਪ ਜੀ ਨੂੰ ਅਸੀਂ ਧਿਆਉਣਾ ਕਰਦੇ ਹਾਂ। ਲਿਖੋ ਉਤਪਤੀ ਖਾਲਸੇ ਮੋਹ ਨਿਜ ਕਰੋ ਸਹਾਈ। ਇਹ ਸਤਿਗੁਰੂ ਜੀ ਹੁਣ ਮੈਂ ਖਾਲਸੇ ਦਾ ਇਤਿਹਾਸ ਲਿਖਣ ਲੱਗਾ ਹਾਂ। ਖਾਲਸਾ ਕਿਵੇਂ ਪ੍ਰਗਟ ਹੋਇਆ, ਫਿਰ ਇਹਨੇ ਕਿਵੇਂ ਰਾਜ ਭਾਗ ਮਾਨਿਆ, ਕਿਵੇਂ ਇਹ ਚੜ੍ਹਦੀਆਂ ਕਲਾ ਵਾਲਾ ਜੀਵਨ ਜਿਉਂਦਾ ਹੈ, ਉਹ ਮੈਂ ਲਿਖਣ ਲੱਗਾ ਹਾਂ। ਤੁਸੀਂ ਆਪ ਕਿਰਪਾ ਕਰਕੇ ਸਹਾਈ ਹੋਇਓ। ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਧਿਆਉਣਾ ਕੀਤਾ। ਪਰ ਇਹ ਮੈਂ ਬੇਨਤੀ ਕਰਾਂ, ਇਹਦਾ ਇਹ ਮਤਲਬ ਨਹੀਂ ਵੀ ਬਾਕੀ ਗੁਰੂ ਸਾਹਿਬਾਨਾਂ ਨੂੰ ਭਾਈ ਸਾਹਿਬ ਨੇ ਛੱਡ ਦਿੱਤਾ ਹੈ। ਅਸਲ ਦੇ ਵਿੱਚ ਪਹਿਲੇ ਤੇ 10ਵੇਂ ਗੁਰੂ ਸਾਹਿਬ ਜੀ ਦਾ ਨਾਮ ਲੈਣ ਦਾ ਮਤਲਬ ਇਹ ਆ ਵੀ 10 ਗੁਰੂ ਹੀ ਵਿੱਚੇ ਆ ਗਏ।
ਜਿਵੇਂ ਵਿਦਵਾਨ ਅਲੰਕਾਰ ਲੈਂਦੇ ਹੁੰਦੇ ਹਨ ਵੀ ਕੁੰਡੇ ਕੜਾਈ ਵਾਲੀ ਗੱਲ, ਜਦੋਂ ਅਸੀਂ ਕੁੰਡੇ ਪਕੜ ਲੈਨੇ ਸਾਰੀ ਕੜਾਈ ਵਿੱਚ ਹੀ ਆ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਧਿਆਉਣਾ ਕਰ ਲਿਆ, ਮਤਲਬ 10 ਗੁਰੂਆਂ ਦਾ ਹੀ ਜ਼ਿਕਰ ਹੋ ਗਿਆ। ਤੋ ਭਾਈ ਸਾਹਿਬ ਜੀ ਗੁਰੂ ਸਾਹਿਬਾਨਾਂ ਦੀ ਅਸੀਸ ਲੈ ਕੇ ਖਾਲਸੇ ਦਾ ਇਤਿਹਾਸ ਜਿਹੜਾ ਹੈ ਉਹ ਲਿਖਣਾ ਆਰੰਭ ਕਰਦੇ ਹਨ। ਚੌਪਈ ਅਬ ਮੈਂ ਲਿਖੂੰ ਸਿੰਘਣ ਕੀ ਸਾਖੀ। ਭਾਈ ਸਾਹਿਬ ਕਹਿੰਦੇ ਹੁਣ ਮੈਂ ਸਿੰਘਾਂ ਦਾ ਇਤਿਹਾਸ ਲਿਖਣ ਲੱਗਾ ਹਾਂ, ਸਿੰਘਾਂ ਦੀ ਸਾਖੀ ਲਿਖਣ ਲੱਗਾ ਹਾਂ। ਜੇ ਬਿਦ ਬੜਨ ਅਸਾਡਣ ਆਖੀ। ਔਰ ਇਹ ਇਤਿਹਾਸ ਮੈਂ ਕੋਈ ਮਨ ਘੜਤ ਨਹੀਂ ਲਿਖਣ ਲੱਗਾ, ਮੈਂ ਉਹ ਇਤਿਹਾਸ ਲਿਖਣ ਲੱਗਾ ਜੋ ਮੈਂ ਆਪਣੇ ਵੱਡਿਆਂ ਤੋਂ ਸੁਣਿਆ, ਆਪਣੇ ਕੰਨੀ ਸੁਣਿਆ। ਕਿਉਂਕਿ ਇਹਨਾਂ ਦੇ ਵੱਡੇ ਕੌਣ ਨੇ? ਦਾਦਾ ਜੀ ਭਾਈ ਮਹਿਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ, ਨਾਨਾ ਜੀ ਭਾਈ ਸ਼ਾਮ ਸਿੰਘ ਜੀ। ਭਾਵ ਉਹ ਵੱਡਿਆਂ ਤੋਂ, ਆਪਣੀ ਮਾਤਾ ਜੀ ਤੋਂ, ਆਪਣੇ ਪਿਤਾ ਜੀ ਤੋਂ, ਆਪਣੇ ਦਾਦਾ ਜੀ, ਆਪਣੇ ਨਾਨਾ ਜੀ ਤੋਂ ਜੋ ਇਤਿਹਾਸ ਆਪ ਜੀ ਨੇ ਸੁਣਿਆ, ਕਹਿੰਦੇ ਮੈਂ ਉਹੀ ਹੁਣ ਦੱਸਣ ਲੱਗਾ ਹਾਂ। ਔਰ ਪੁਰਾਤਨ ਤੇ ਵੀ ਸੁਣੀ। ਔਰ ਜਿਹੜਾ ਇਤਿਹਾਸ ਮੈਂ ਪੁਰਾਣੇ ਸਿੰਘਾਂ ਤੋਂ ਸੁਣਿਆ, 18ਵੀਂ ਸਦੀ ਦੇ ਜਾਂ ਉਸ ਤੋਂ ਪੁਰਾਣੇ ਜਿਹੜੇ ਸਿੰਘ ਹਨ, ਜਿਹੜਾ ਇਤਿਹਾਸ ਮੈਂ ਉਹਨਾਂ ਤੋਂ ਸੁਣਨਾ ਕੀਤਾ। ਫੁਤੇ ਜੋ ਬਿਰਧ ਸਿੱਖ ਬਹੁ ਗੁਣੀ। ਔਰ ਜਿਹੜੇ ਬਿਰਧ ਸਿੱਖ, ਜਿਹੜੇ ਬਜ਼ੁਰਗ ਸਿੱਖ ਹਨ, ਭਾਵ ਜਿਨ੍ਹਾਂ ਨੇ ਬੜਾ ਸਮਾਂ ਹੰਢਾਇਆ ਹੈ, ਜਿਹੜੇ ਬੜੇ ਬੰਦਗੀ ਵਾਲੇ ਨੇ, ਨਿਤਨੇਮ ਵਾਲੇ ਨੇ, ਸਿਮਰਨ ਵਾਲੇ ਨੇ, ਔਰ ਇਤਿਹਾਸ ਨੂੰ ਖੁਦ ਹੰਢਾਇਆ ਹੈ, ਕਹਿੰਦੇ ਇਹ ਇਤਿਹਾਸ ਮੈਂ ਉਹਨਾਂ ਤੋਂ ਸੁਣਨਾ ਕੀਤਾ। ਸੋ ਮੈਂ ਕਹੂੰ ਜਥਾ ਮਤ ਮਾਹੀ। ਔਰ ਉਹੀ ਇਤਿਹਾਸ ਇਨ ਬਿਨ ਹੁਣ ਮੈਂ ਲਿਖਣ ਲੱਗਾ ਹਾਂ, ਉਹੀ ਇਤਿਹਾਸ ਮੈਂ ਇਨ ਬਿਨ ਹੁਣ ਦੱਸ ਰਿਹਾ ਹਾਂ। ਮਨ ਤਨ ਪ੍ਰੀਤ ਭਾਉ ਪੈਦਾਹੀ। ਔਰ ਸੁੱਕੇ ਹਿਰਦੇ ਨਾਲ ਨਹੀਂ, ਮਨ ਕਰਕੇ, ਤਨ ਕਰਕੇ, ਪ੍ਰੇਮ ਦੇ ਨਾਲ ਮੈਂ ਇਹ ਇਤਿਹਾਸ ਲਿਖਣ ਲੱਗਾ ਹਾਂ। ਔਰ ਇਹ ਉਹ ਇਤਿਹਾਸ ਹੈ ਜਿਹੜਾ ਸਾਡੇ ਅੰਦਰੋਂ ਡਰ ਖਤਮ ਕਰ ਦਿੰਦਾ ਹੈ। ਕੋਈ 18ਵੀਂ ਸਦੀ ਦਾ ਇਤਿਹਾਸ ਪੜ੍ਹ ਕੇ ਤਾਂ ਵੇਖੇ, ਸਾਧ ਸੰਗਤ ਜਦੋਂ ਪੜ੍ਹੇਗਾ ਕਿ ਕਿਵੇਂ ਸਿੱਖਾਂ ਨੇ ਖੋਪੜੀਆਂ ਲੋਹਾ ਲੀਆਂ ਪਰ ਆਪਣਾ ਸਿਦਕ ਨਹੀਂ ਡੋਲਿਆ। ਇਹ ਇਤਿਹਾਸ ਪੜ੍ਹ ਕੇ ਤਾਂ ਵੱਡੇ ਵੱਡੇ ਕਮਜ਼ੋਰ ਵੀ ਤਾਕਤਵਰ ਤੇ ਬੜੇ ਬਲਵਾਨ ਹੋ ਜਾਂਦੇ ਆ, ਉਹ ਬਹਾਦਰ ਹੋ ਜਾਂਦੇ, ਉਹਨਾਂ ਦੇ ਅੰਦਰੋਂ ਡਰ ਭੈ ਖਤਮ ਹੋ ਜਾਂਦਾ ਹੈ। ਇਸ ਕਰਕੇ ਸਿੰਘੋ ਸਿੱਖੋ, ਜੇ ਤੁਸੀਂ ਆਜ਼ਾਦੀ ਦਾ ਸੰਘਰਸ਼ ਲੜਨਾ ਚਾਹੁੰਦੇ ਹੋ, ਜੇ ਅੱਜ ਦੀ ਹਕੂਮਤ ਤੋਂ ਆਪਣੇ ਆਪ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਹੋ, ਫਿਰ ਜਿੱਥੇ ਗੁਰ ਇਤਿਹਾਸ ਪੜ੍ਹਨਾ ਉੱਥੇ 18ਵੀਂ ਸਦੀ ਦਾ ਇਤਿਹਾਸ ਜ਼ਰੂਰ ਪੜ੍ਹੀਏ। ਕਿਉਂਕਿ ਉਸ 18ਵੀਂ ਸਦੀ ਦੇ ਇਤਿਹਾਸ ਤੋਂ ਬਾਅਦ ਹੀ ਸਿੰਘਾਂ ਦੇ ਕੋਲ ਖਾਲਸਾ ਰਾਜ ਆਇਆ। ਤੋ ਭਾਈ ਸਾਹਿਬ ਕਹਿੰਦੇ ਇਹ ਇਤਿਹਾਸ ਡਰ ਨੂੰ ਦੂਰ ਕਰਨ ਵਾਲਾ ਹੈ। ਜੇ ਬਿਦ ਕਹੀ ਅੰਗਰੇਜ਼ਨ ਸੰਗ। ਕਹਿੰਦੇ ਇਹ ਇਤਿਹਾਸ ਮੈਂ ਅੰਗਰੇਜ਼ਾਂ ਨੂੰ ਵੀ ਦੱਸਿਆ ਸੀ, ਤੋ ਜਿਵੇਂ ਅੰਗਰੇਜ਼ਾਂ ਨੂੰ ਦੱਸਿਆ ਉਹੀ ਇਤਿਹਾਸ ਫਿਰ ਮੈਂ ਹੁਣ ਲਿਖ ਰਿਹਾ ਹਾਂ। ਰਖੂੰ ਉਥਾਨ ਕਾ ਸੂ ਪ੍ਰਸੰਗ। ਜਿਸ ਪ੍ਰਕਾਸ਼ ਮੈਂ ਇਹ ਇਤਿਹਾਸ ਅੰਗਰੇਜ਼ਾਂ ਨੂੰ ਦੱਸਿਆ, ਦੁਨੀਆ ਤੇ ਸਿੱਖ ਇਤਿਹਾਸ ਦੀ ਗੱਲ ਪਹੁੰਚਾਈ, ਕਹਿੰਦੇ ਹੁਣ ਮੈਂ ਸਿੱਖਾਂ ਵਾਸਤੇ ਵੀ ਉਹਦੀ ਛੰਦਬੰਦੀ ਕਰਕੇ ਉਹ ਉਥਾਨਕਾ ਜਿਹੜੀ ਹੈ, ਉਹ ਪ੍ਰਸੰਗ ਜਿਹੜੇ ਹਨ ਉਵੇਂ ਹੀ ਹੁਣ ਲਿਖ ਰਿਹਾ ਹਾਂ। ਤੋ ਟਬਾਈ ਫਰਾਂਸੀਸ ਫਰੰਗੀ। ਕਹਿੰਦੇ ਇੱਕ ਫਰਾਂਸੀਸ ਫਰੰਗੀ ਹੋਇਆ ਜਿਹਦਾ ਨਾਮ ਟਬਾਈ ਕਰਕੇ ਲਿਖਿਆ, ਡਬੋਈ ਉਹਦਾ ਨਾਮ ਸੀ, ਵੈਸੇ ਇੱਥੇ ਇਹਨਾਂ ਨੇ ਟਬਾਈ ਲਿਖਿਆ। ਆਪਾਂ ਇਹ ਗੱਲ ਜਾਣਦੇ ਹਾਂ ਸਾਧ ਸੰਗਤ ਵੀ ਹਿੰਦੁਸਤਾਨ ਦੇ ਵਿੱਚ ਮੁਗਲਾਂ ਦਾ ਰਾਜ ਰਿਹਾ ਹੈ, ਪਰ ਜੇ ਫਰੰਗੀਆਂ ਦੇ ਵਿੱਚੋਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇੱਥੇ ਹਿੰਦੁਸਤਾਨ ਦੇ ਵਿੱਚ ਪੁਰਤਗਾਲੀ ਆਉਂਦੇ ਆ। ਵਾਸਕੋ ਡੀ ਗਾਮਾ ਜਿਹੜੇ ਹਨ ਉਹ 1469 ਦੇ ਵਿੱਚ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਉਸ ਵਰੇ ਨੂੰ ਇਹ ਵਾਸਕੋ ਡੀ ਗਾਮਾ ਹਿੰਦੁਸਤਾਨ ਆਉਂਦਾ ਹੈ। ਉਸ ਤੋਂ ਬਾਅਦ ਫਰਾਂਸੀਸੀ ਆਉਂਦੇ ਨੇ ਸਾਧ ਸੰਗਤ, ਔਰ ਫਿਰ ਜਾ ਕੇ ਅੰਗਰੇਜ਼ ਆਉਂਦੇ ਆ। ਅੰਗਰੇਜ਼ਾਂ ਤੋਂ ਪਹਿਲਾਂ ਫਰਾਂਸੀਸੀ ਇਸ ਹਿੰਦੁਸਤਾਨ ਦੀ ਧਰਤੀ ਤੇ ਆਏ, ਔਰ ਜਿਹੜੇ ਅੰਗਰੇਜ਼ ਹਨ ਉਹ ਵੀ ਬਿਜ਼ਨਸ ਦੇ ਤੌਰ ਤੇ ਆਏ। ਈਸਟ ਇੰਡੀਆ ਕੰਪਨੀ ਖੋਲ੍ਹੀ ਉਹਨਾਂ ਨੇ, ਕਲਕੱਤੇ ਔਰ ਬੰਬੇ ਵਾਲੇ ਪਾਸੇ ਸਭ ਤੋਂ ਪਹਿਲਾਂ ਉਹ ਆਏ ਹੈ, ਪਰ ਇੱਧਰ ਦਿੱਲੀ ਵਾਲੇ ਪਾਸੇ ਸਭ ਤੋਂ ਪਹਿਲਾਂ ਜਿਹੜੇ ਫਰਾਂਸੀਸੀ ਆਏ ਆ। ਤਾਂ ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਹੁਣ ਡਬੋਈ ਨਾਮ ਦਾ, ਢਬਾਈ ਨਾਮ ਦਾ ਇੱਕ ਮਨੁੱਖ ਸੀ ਜਿਹੜਾ ਫਰਾਂਸੀਸੀ ਸੀ, ਫਰੰਗੀ ਸੀ, ਉਹਦਾ ਉਹ ਜ਼ਿਕਰ ਕਰਦੇ ਹਨ। ਮਰਹੱਟਨ ਨੌਕਰ ਰੱਖਿਓ ਸੁਜੰਗੀ। ਔਰ ਇਹ ਜਿਹੜਾ ਡਬੋਈ ਸੀ ਇਹ ਮਰਹੱਟਿਆਂ ਦੇ ਪਾਸ ਨੌਕਰੀ ਕਰਦਾ ਸੀ, ਔਰ ਜੰਗੀ ਨੌਕਰੀ ਕਰਦਾ ਸੀ, ਭਾਵ ਉਹਨਾਂ ਦੀ ਜਿਹੜੀ ਫੌਜ ਹੈ ਉਹਦੇ ਵਿੱਚ ਇਹ ਅਹੁਦੇਦਾਰ ਸੀ। ਇੱਕ ਕੂਪ ਤਿਸ ਸੁਪੁਰਦ ਕਰ ਦਿਓ। ਇੱਕ ਕੰਪੂ ਤਿਸ ਸੁਪੁਰਦ ਕਰ ਦਿਓ। ਕਹਿੰਦੇ ਵੀ ਜਿਹੜੇ ਮਰਹੱਟਿਆਂ ਨੇ ਇਹਨੂੰ ਇੱਕ ਕੰਪੂ ਤੋਂ ਭਾਵ ਇੱਕ ਬ੍ਰਿਗੇਡ ਲਾ ਲਓ, ਇੱਕ ਲਸ਼ਕਰ ਲਾ ਲਓ, ਵੀ ਇੱਕ ਬ੍ਰਿਗੇਡ ਇਹਨੂੰ ਦੇਤੀ ਸੀ ਵੀ ਇਹ ਬ੍ਰਿਗੇਡ ਤੂੰ ਸਾਂਭਣੀ ਹੈ।
ਤੋ ਇਹਦੇ ਕੋਲ ਇੱਕ ਬ੍ਰਿਗੇਡ ਦੀ ਮਲਕੀਅਤ ਸੀ। ਬਹੁਤ ਬਰਸ ਸੋ ਚਾਕਰ ਰਹਿਓ। ਔਰ ਕਿੰਨੇ ਸਾਲ ਇਹ ਮਰਹੱਟਿਆਂ ਦੀ ਨੌਕਰੀ ਕਰਦਾ ਰਿਹਾ। ਭਉ ਬੁੱਢੋ ਤੋ ਤੱਕਿਓ ਵਤਨ। ਭਇਓ ਬੁੱਢੋ ਤੋਂ ਤੱਕਿਓ ਵਤਨ। ਜਦੋਂ ਇਹ ਬੁੱਢਾ ਹੋ ਗਿਆ ਫਿਰ ਇਹਨੂੰ ਆਪਣੇ ਦੇਸ਼ ਦੀ ਯਾਦ ਆਉਂਦੀ ਹੈ। ਤੁਰਿਓ ਵੇਚ ਸਭ ਆਪਨ ਜਤਨ। ਔਰ ਉਸ ਤੋਂ ਬਾਅਦ ਫਿਰ ਇਹਨੇ ਜੋ ਵੀ ਕੁਝ ਸੀ ਇਹਦੇ ਕੋਲ ਉਹਨੂੰ ਇਹਨੇ ਵੇਚਣਾ ਸ਼ੁਰੂ ਕਰ ਦਿੱਤਾ ਯਤਨ ਕਰਕੇ। ਪੀਰੂ ਭੈਣ ਜਾਇਓ ਉਸ ਆਹੇ। ਔਰ ਇਹਦਾ ਇੱਕ ਭਾਣਜਾ ਸੀ, ਭੈਣ ਜਾਇਓ, ਇੱਕ ਭਾਣਜਾ ਜਿਹਦਾ ਨਾਮ ਸੀ ਪੀਰੂ। ਉਸ ਪੀਰੂ ਦਾ ਭਾਈ ਸਾਹਿਬ ਜ਼ਿਕਰ ਕਰਦੇ ਹਨ। ਬਾਕੀ ਸੌਂਪ ਗਇਓ ਉਸ ਜਾਹੇ। ਕੁਝ ਤਾਂ ਇਹਨੇ ਵੇਚ ਵੱਟ ਦਿੱਤਾ ਔਰ ਜੋ ਕੁਝ ਬਚ ਗਿਆ ਇਸ ਡਬੋਈ ਨੇ ਆਪਣੇ ਭਾਣਜੇ ਪੀਰੂ ਨੂੰ ਸੌਂਪ ਦਿੱਤਾ, ਪੀਰੂ ਨੂੰ ਸਪੁਰਦ ਕਰ ਦਿੱਤਾ। ਦੋਹਰਾ ਸੋ ਪੀਰੂ ਇੱਕ ਕੰਪਿਓ ਔਰ ਕੀਨੋ ਤਿੰਨ ਕੀਏ ਤਿੰਨ ਚਾਰ। ਸੋ ਡਬੋਈ ਦੇ ਕੋਲ ਇੱਕ ਕੰਪੂ ਸੀ, ਇੱਕ ਬ੍ਰਿਗੇਡ ਸੀ। ਇਹਨੇ ਹੁਣ ਪੀਰੂ ਨੂੰ ਦੇਤੀ, ਆਪ ਆਪਦੇ ਦੇਸ਼ ਚਲਾ ਗਿਆ। ਤੇ ਪੀਰੂ ਬੜਾ ਚਲਾਕ ਬੰਦਾ ਸੀ, ਇਹ ਮਤਲਬ ਬੜਾ ਤੇਜ਼ ਦਿਮਾਗ ਬੰਦਾ ਸੀ। ਇਹਦੇ ਕੋਲ ਹੁਣ ਇੱਕ ਬ੍ਰਿਗੇਡ ਸੀ ਤੇ ਇਹਨੇ ਇੱਕ ਬ੍ਰਿਗੇਡ ਤੋਂ 3-4 ਲਸ਼ਕਰ ਬਣਾ ਲਏ, 3-4 ਬ੍ਰਿਗੇਡਾਂ ਬਣਾ ਲਈਆਂ। ਦਿੱਲੀ ਅਤੇ ਆਗਰੂ ਗੰਗ ਬੀਚ ਭਇਓ ਮਾਰ। ਔਰ ਇਸ ਨੇ ਫਿਰ ਜਿਹੜਾ ਪੀਰੂ ਸੀ ਇਹਨੇ ਫਿਰ 1 ਤੋਂ 3-4 ਬ੍ਰਿਗੇਡਾਂ ਬਣਾ ਲਈਆਂ, ਤਰੱਕੀ ਕਰਨੀ ਸ਼ੁਰੂ ਕਰ ਦਿੱਤੀ। ਔਰ ਦਿੱਲੀ, ਆਗਰਾ, ਇਹ ਸਾਰੇ ਇਲਾਕੇ ਜਿਹੜੇ ਇਹਨੇ ਮੱਲ ਲਏ। ਚੌਪਈ ਮੁਹੱਟਨ ਕੋ ਤਬ ਸੰਸੋ ਭਇਓ। ਜਦੋਂ ਪੀਰੂ ਇੰਨਾ ਤਾਕਤਵਰ ਹੁੰਦਾ ਜਾ ਰਿਹਾ ਹੈ, ਮਰਹੱਟਿਆਂ ਨੂੰ ਮਨ ਦੇ ਵਿੱਚ ਬੜਾ ਫਿਕਰ ਹੁੰਦਾ, ਬੜੀ ਚਿੰਤਾ ਹੁੰਦੀ ਹੈ। ਚਾਹੇ ਮੁਲਕ ਉਸੇ ਤੇ ਲਿਓ। ਔਰ ਉਹ ਮਰਹੱਟਿਆਂ ਨੇ ਮਨ ਦੇ ਵਿੱਚ ਵਿਚਾਰ ਕੀਤੀ ਵੀ ਇੱਕ ਵਿਦੇਸ਼ੀ ਬੰਦਾ ਇੱਥੇ ਆ ਕੇ ਤਰੱਕੀ ਕਰ ਰਿਹਾ, ਇਲਾਕੇ ਮੱਲ ਰਿਹਾ ਹੈ, ਇਹ ਕਿਤੇ ਸਾਡੇ ਤੋਂ ਸਾਡਾ ਮੁਲਕ ਹੀ ਨਾ ਖੋਹ ਲਵੇ। ਇਸ ਕਰਕੇ ਮਰਹੱਟਿਆਂ ਦੇ ਮਨ ਦੇ ਵਿੱਚ ਚਿੰਤਾ ਆਉਂਦੀ ਹੈ ਔਰ ਉਹ ਇਹ ਪਲਾਨ ਕਰਦੇ ਆ ਵੀ ਹੁਣ ਜਿੰਨੀ ਵੀ ਤਾਕਤ ਅਸੀਂ ਇਹਨੂੰ ਦਿੱਤੀ ਹੈ ਇਹਦੇ ਤੋਂ ਵਾਪਸ ਲੈ ਲੈਣੀ ਹੈ। ਪੀਰੂ ਮਨਸੂਬੋ ਠਹਿਰਿਓ। ਪਰ ਇਧਰੋਂ ਪੀਰੂ ਕਿਹੜਾ ਘੱਟ ਸੀ, ਉਹਨੂੰ ਪਤਾ ਲੱਗਾ ਵੀ ਇਹ ਮੇਰੇ ਤੋਂ ਤਾਕਤ ਸਾਰੀ ਵਾਪਸ ਲੈ ਲੈਣਗੇ। ਫਿਰ ਉਹਨੇ ਵੀ ਆਪਣੇ ਮਨ ਦੇ ਵਿੱਚ ਇੱਕ ਤਰਕੀਬ ਬਣਾਈ, ਇੱਕ ਪਲੈਨਿੰਗ ਕੀਤੀ। ਵੇਚ ਦੇਸ਼ ਅੰਗਰੇਜ਼ਨ ਦੇ ਗਇਓ। ਪਰ ਉਹਨੇ ਸੋਚਿਆ ਵੀ ਮੈਂ ਇਹਨਾਂ ਮਰਹੱਟਿਆਂ ਦਾ ਮੁਕਾਬਲਾ ਤਾਂ ਕਰ ਨਹੀਂ ਸਕਦਾ ਕਿਉਂਕਿ ਇਹਨਾਂ ਦਾ ਦੇਸ਼ ਹੈ, ਇਹ ਬਹੁ ਗਿਣਤੀ ਆ, ਮੈਂ ਥੋੜੀ ਗਿਣਤੀ ਵਾਲਾ ਹਾਂ, ਮੇਰੇ ਕੋਲ ਇੰਨੀ ਤਾਕਤ ਨਹੀਂ ਵੀ ਮੈਂ ਇਹਨਾਂ ਦਾ ਮੁਕਾਬਲਾ ਕਰ ਸਕਾਂ। ਪਰ ਉਹਨੇ ਕਿਹਾ ਵੀ ਮੈਂ ਸਾਰਾ ਕੁਝ ਦੇ ਕੇ ਇਹਨਾਂ ਨੂੰ ਫਿਰ ਵੀ ਨਹੀਂ ਜਾਣਾ। ਉਹਨੇ ਕੀ ਕੀਤਾ ਵੀ ਉਹਦੇ ਕੋਲ ਜੋ ਵੀ ਕੁਝ ਹੈਗਾ ਸੀ ਉਹ ਸਾਰਾ ਕੁਝ ਉਹ ਅੰਗਰੇਜ਼ਾਂ ਨੂੰ ਵੇਚ ਗਿਆ। ਉਹਨੇ ਜੋ ਵੀ ਕੁਝ ਸੀ ਉਹਦੇ ਕੋਲ, ਜਿੰਨੀ ਵੀ ਉਹਦੇ ਕੋਲ ਤਾਕਤ ਇਕੱਠੀ ਕੀਤੀ ਸੀ, ਉਹ ਸਾਰਾ ਕੁਝ ਉਹ ਅੰਗਰੇਜ਼ਾਂ ਨੂੰ ਵੇਚ ਦਿੰਦਾ ਹੈ। ਸਹਿਜ 1860 ਸਾਲ। ਇਹ ਘਟਨਾ ਜਿਹੜੀ ਹੈ ਸੈ 1860 ਸਾਲ ਭਾਵ 1860 ਸੰਮਤ ਦੀ ਗੱਲ ਹੈ। ਸੰਮਤ ਜੇ ਈਸਵੀ ਦੀ ਗੱਲ ਕਰੀਏ ਤਾਂ ਇਹ ਬਣਦਾ ਜੀ 1860 ਦੇ ਵਿੱਚੋਂ 57 ਕੱਢ ਦਿਓ ਤੇ ਬਣ ਗਏ 1803। 1803 ਈਸਵੀ ਦੀ ਘਟਨਾ ਹੈ। ਭਾਵ ਇਹ ਉਹ ਸਮਾਂ ਹੈ ਜਦੋਂ ਪੰਜਾਬ ਤੇ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਆ ਚੁੱਕਾ ਹੈ, ਖਾਲਸੇ ਦਾ ਰਾਜ ਆ ਚੁੱਕਾ ਹੈ। ਤੋ ਉਸ ਵਕਤ ਦੀ ਇਹ ਘਟਨਾ ਦਾ ਜ਼ਿਕਰ ਹੋ ਰਿਹਾ ਹੈ। ਗਇਓ ਮਰਹੱਟਨ ਕੋ ਵਹੁ ਗਾਲ। ਔਰ ਇਹ ਪੀਰੂ ਜਿਹੜਾ ਇਹ ਫਿਰ ਮਰਹੱਟਿਆਂ ਦਾ ਨਾਸ਼ ਕਰ ਗਿਆ, ਉਹਨਾਂ ਦਾ ਬੜਾ ਨੁਕਸਾਨ ਕਰ ਗਿਆ। ਲਿਓ ਮੁਲਕ ਅੰਗਰੇਜ਼ਨ ਰੋਕ। ਔਰ ਜਦੋਂ ਪੀਰੂ ਨੇ ਸਾਰਾ ਕੁਝ ਅੰਗਰੇਜ਼ਾਂ ਨੂੰ ਵੇਚ ਦਿੱਤਾ ਫਿਰ ਅੰਗਰੇਜ਼ਾਂ ਨੇ ਫਿਰ ਇਹ ਮੁਲਕ ਮੱਲ ਲਿਆ। ਇੱਥੇ ਇਲਾਕਿਆਂ ਦੇ ਵਿੱਚ ਉਹਨਾਂ ਨੇ ਮੱਲਣਾ ਸ਼ੁਰੂ ਕਰ ਦਿੱਤਾ। ਮਰਹੱਟਨ ਕੇ ਘਰ ਪਰ ਗਇਓ ਸ਼ੋਕ। ਤੇ ਮਰਹੱਟਿਆਂ ਦੇ ਘਰ ਫਿਰ ਸੋਗ ਛਾ ਗਿਆ। ਉਹ ਬੜੇ ਦੁਖੀ ਹੋਏ ਵੀ ਦੇਸ਼ ਦੇ ਮਾਲਕ ਸੀ ਤੇ ਹੁਣ ਇਹ ਸਾਰਾ ਕੁਝ ਵਿਦੇਸ਼ੀਆਂ ਦੇ, ਅੰਗਰੇਜ਼ਾਂ ਦੇ ਹੱਥ ਵਿੱਚ ਆ ਗਿਆ ਹੈ। ਦਿੱਲੀ ਆਏ ਵੜਿਓ ਕਰਨੈਲ। ਹੁਣ ਜਿਹੜਾ ਅੰਗਰੇਜ਼ਾਂ ਦੇ ਕਰਨੈਲ ਸਨ, ਅੰਗਰੇਜ਼ਾਂ ਦਾ ਕਰਨੈਲ ਸੀ, ਉਹ ਦਿੱਲੀ ਵਿਖੇ ਆ ਗਿਆ। ਦਿੱਲੀ ਆ ਕੇ ਉਹਨੇ ਆਪਣਾ ਕਬਜ਼ਾ ਕੀਤਾ। ਲੋਣੀ ਅਖਤਰ ਜੋ ਜਰਨੈਲ। ਲੋਣੀ ਅਖਤਰ ਉਸ ਜਰਨੈਲ ਦਾ ਨਾਮ ਸੀ। ਅੰਗਰੇਜ਼ੀ ਵਿੱਚ ਜਿਹਨੂੰ ਡੇਵਿਡ ਔਕਟਰ ਲੋਣੀ ਕਹਿੰਦੇ ਆ, ਪੰਜਾਬੀ 'ਚ ਉਹਨੂੰ ਲੋਣੀ ਅਖਤਰ ਕਹਿ ਦਿੰਦੇ ਸੀ। ਕਹਿੰਦੇ ਇਹ ਅੰਗਰੇਜ਼ਾਂ ਦਾ ਜਰਨੈਲ ਸੀ। ਸਿੰਘਨ ਘੇਰ ਲਈ ਚੜ ਦਿੱਲੀ। ਹੁਣ ਇੱਧਰ ਅੰਗਰੇਜ਼ ਜਿਹੜੇ ਆ ਉਹਨਾਂ ਨੇ ਆ ਕੇ ਦਿੱਲੀ ਮਲਕੀ। ਉਹ ਮਨ ਵਿੱਚ ਇਹ ਸੋਚੀ ਜਾਂਦੇ ਆ ਵੀ ਅਸੀਂ ਹਿੰਦੁਸਤਾਨ ਤੇ ਉਹਦੇ ਨਾਲ ਲੱਗਦੇ ਦੇਸ਼ਾਂ ਤੇ ਕਬਜ਼ਾ ਕਰਨਾ ਹੈ, ਠੀਕ ਹੈ ਜੀ। ਪਰ ਇੱਧਰੋਂ ਸਿੰਘ ਜਿਹੜੇ ਨੇ ਉਹਨਾਂ ਨੇ ਚੜ ਕੇ ਉਹ ਹਮਲਾ ਕਰਦੇ, ਚੜ੍ਹਦੇ ਆ ਤੇ ਆ ਕੇ ਦਿੱਲੀ ਘੇਰ ਲਈ ਉਹਨਾਂ ਨੇ।
ਅੰਗਰੇਜ਼ਾਂ ਨੇ ਆ ਕੇ ਦਿੱਲੀ ਮਲੱਕੀ ਤੇ ਸਿੰਘਾਂ ਨੇ ਆ ਕੇ ਦਿੱਲੀ ਘੇਰ ਲਈ। ਫਿਰ ਅੱਗੋਂ ਕੀ ਕਹਿੰਦੇ ਹਨ? ਗੱਲ ਅੰਗਰੇਜ਼ਨ ਕਰਦੀ ਢਿੱਲੀ। ਔਰ ਜਿਹੜੀ ਅੰਗਰੇਜ਼ਾਂ ਦੀ ਪਲੈਨਿੰਗ ਸੀ ਸਾਰੀ ਢਿੱਲੀ ਪੈ ਗਈ। ਉਹਨਾਂ ਦੇ ਜਿਹੜੇ ਮਨਸੂਬੇ ਸੀ, ਮਨੋਰਥ ਸੀ, ਸਾਰੇ ਢਿੱਲੇ ਪੈ ਗਏ, ਕਿਉਂਕਿ ਉਹ ਚਾਹੁੰਦੇ ਸੀ ਵੀ ਅਸੀਂ ਆਸ-ਪਾਸ ਦੇ ਸਾਰੇ ਇਲਾਕੇ ਮਲੱਕਣੇ ਆ। ਪਰ ਇੱਧਰੋਂ ਸਿੰਘ ਬੜੇ ਤਾਕਤਵਰ ਸੀ, ਖਾਲਸਾ ਰਾਜ ਜੋਬਨ ਤੇ ਸੀ, ਬੜੇ ਤਾਕਤਵਰ ਸੀ ਸਿੰਘ, ਤੇ ਉਹ ਆ ਕੇ ਦਿੱਲੀ ਘੇਰ ਲੈਂਦੇ ਸੀ। ਤੇ ਇੰਨੇ ਤਾਕਤਵਰ ਸੀ ਸਿੰਘ ਸਾਧ ਸੰਗਤ ਵੀ ਜਦੋਂ ਜੀ ਕਰਦਾ ਸੀ ਦਿੱਲੀ ਘੇਰ ਲੈਂਦੇ ਸੀ, ਜਦੋਂ ਜੀ ਕਰਦਾ ਸੀ ਦਿੱਲੀ ਜਿੱਤ ਲੈਂਦੇ ਸੀ। ਤੇ ਅਗਲੇ ਦਿਨ ਫਿਰ ਜਦੋਂ ਕਿਉਂਕਿ ਕੋਈ ਸਮਾਗਮ ਹੁੰਦਾ ਸੀ, ਹੋਲਾ ਮਹੱਲਾ ਆ ਜਾਂਦਾ, ਜਾਂ ਕੋਈ ਦੀਵਾਲੀ ਦਾ ਜਾਂ ਹੋਰ ਵਿਸਾਖੀ ਦਾ ਸਮਾਗਮ ਆ ਜਾਂਦਾ, ਤੇ ਸਿੰਘ ਉਹ ਦਿੱਲੀ ਜਿੱਤੀ ਜਿਤਾਈ ਛੱਡ ਕੇ ਵਾਪਸ ਚਲੇ ਜਾਂਦੇ ਸੀ ਵੀ ਹੁਣ ਅਸੀਂ ਇਕੱਠੇ ਹੋਣਾ ਹੈ, ਦਿੱਲੀ ਦਾ ਫਿਰ ਜਿੱਤ ਲਾਂਗੇ। ਜਿੰਨੀ ਕੁ ਔਖੀ ਬਿੱਲੀ ਮਾਰਨੀ ਆ ਉਹਨਾਂ ਕੀ ਔਖਾ ਹੈ ਦਿੱਲੀ ਨੂੰ ਜਿੱਤਣਾ, ਫਿਰ ਕੀ ਕੱਲ ਨੂੰ ਫਿਰ ਜਿੱਤ ਲਾਂਗੇ। ਪਰ ਇਹ ਹੋਲਾ ਮਹੱਲਾ ਰੋਜ਼-ਰੋਜ਼ ਥੋੜ੍ਹੀ ਆਉਣਾ, ਇਹ ਤਾਂ ਸਾਲ ਬਾਅਦ ਆਉਂਦਾ ਹੈ। ਇਸ ਕਰਕੇ ਸਿੰਘ ਉਹ ਛੱਡ ਕੇ ਚਲੇ ਜਾਂਦੇ ਸੀ। ਪਰ ਅੰਗਰੇਜ਼ਾਂ ਦੇ ਮਨਸੂਬੇ ਜ਼ਰੂਰ ਢਿੱਲੇ ਪੈ ਗਏ। ਹਾਂਜੀ, ਅੰਗਰੇਜ਼ਨ ਜਰਨੈਲ ਮਨ ਗੁੱਸਾ ਆਇਆ। ਤੇ ਅੰਗਰੇਜ਼ਾਂ ਨੂੰ ਮਨ ਦੇ ਵਿੱਚ ਬੜਾ ਗੁੱਸਾ ਆਉਂਦਾ। ਜਿਹੜਾ ਉਹਨਾਂ ਦਾ ਜਰਨੈਲ ਸੀ ਉਹ ਕਹਿੰਦੇ ਸੀ ਵੀ ਅਸੀਂ ਇੰਨੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਇਹ ਪੂਰੇ ਇਲਾਕੇ ਮਲੱਕਣ ਦੇ, ਪਰ ਇਹ ਸਿੰਘ ਜਦੋਂ ਜੀ ਆਉਂਦਾ ਆ ਕੇ ਦਿੱਲੀ ਜਿੱਤ ਲੈਂਦੇ, ਜਦੋਂ ਜੀ ਆਉਂਦਾ ਇੱਥੋਂ ਦੇ ਬਾਦਸ਼ਾਹ ਤੋਂ ਆ ਕੇ ਨਜ਼ਰਾਨੇ ਲੈ ਜਾਂਦੇ ਆ। ਉਹਨਾਂ ਨੂੰ ਮਨ ਦੇ ਵਿੱਚ ਬੜਾ ਗੁੱਸਾ ਆਉਂਦਾ ਹੈ। ਨਹਿ ਸਿੰਘਨ ਜੋ ਜ਼ੋਰ ਬਸਾਇਆ। ਪਰ ਉਹਨਾਂ ਦਾ ਸਿੰਘਾਂ ਦੇ ਸਾਹਮਣੇ ਕੋਈ ਜ਼ੋਰ ਨਹੀਂ ਚੱਲਿਆ, ਕੋਈ ਤਾਕਤ ਨਹੀਂ ਚੱਲੀ, ਕਿਉਂਕਿ ਸਿੰਘ ਹੈ ਹੀ ਬੜੇ ਤਾਕਤਵਰ ਸੀ। ਤਬ ਅੰਗਰੇਜ਼ਨ ਪੁੱਛਿਓ ਬਾਦਸ਼ਾਹ। ਫਿਰ ਅੰਗਰੇਜ਼ਾਂ ਨੇ ਸੋਚਿਆ ਵੀ ਪਤਾ ਤਾਂ ਕਰੀਏ ਵੀ ਜਿਹੜੇ ਇਹ ਇੰਨੇ ਤਾਕਤਵਰ ਨੇ ਹੈ ਕੌਣ ਨੇ। ਫਿਰ ਉਹਨਾਂ ਅੰਗਰੇਜ਼ਾਂ ਨੇ ਕੀ ਕੀਤਾ ਵੀ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ ਸ਼ਾਹ ਆਲਮ, ਜਿਹੜਾ ਸਾਧ ਸੰਗਤ ਬਹਾਦਰ ਸ਼ਾਹ ਜ਼ਫਰ ਦਾ ਪਿਤਾ ਸੀ, ਉਹ ਸ਼ਾਹ ਆਲਮ ਦਿੱਲੀ ਦਾ ਬਾਦਸ਼ਾਹ ਸੀ। ਤੇ ਅੰਗਰੇਜ਼ ਉਹਦੇ ਤੋਂ ਫਿਰ ਪੁੱਛਣਾ ਕਰਦੇ ਹਨ, ਸਿੰਘਣ ਮੁਲਕ ਦਿਓ ਕਿਨ ਆਹੇ। ਉਹ ਅੰਗਰੇਜ਼ ਦਿੱਲੀ ਦੇ ਬਾਦਸ਼ਾਹ ਤੋਂ ਪੁੱਛਦੇ ਹਨ ਵੀ ਸਾਨੂੰ ਇਹ ਦੱਸੋ ਵੀ ਇਹ ਸਿੰਘਾਂ ਨੂੰ ਇਹ ਮੁਲਕ ਕਿਹਨੇ ਦਿੱਤਾ ਹੈ, ਇੱਥੋਂ ਦੇ ਮਾਲਕ ਬਣ ਕਿਵੇਂ ਗਏ। ਦੋਹਰਾ ਮਾਰਿਓ ਕੌਣ ਗਨੀਮ ਇਨ ਕੌਣ ਸਵਾਰਿਓ ਕਾਮ। ਕਹਿੰਦੇ ਤੁਸੀਂ ਇਹ ਦੱਸੋ ਵੀ ਗਨੀਮ ਦਾ ਅਰਥ ਹੈ ਦੁਸ਼ਮਣ, ਵੀ ਇਹਨਾਂ ਸਿੰਘਾਂ ਨੇ ਤੁਹਾਡਾ ਕਿਹੜਾ ਦੁਸ਼ਮਣ ਮਾਰਿਆ ਇਸ ਦੇਸ਼ ਦਾ, ਕਿਹੜਾ ਕੰਮ ਇਹਨਾਂ ਨੇ ਇਸ ਦੇਸ਼ ਦਾ ਸਵਾਰਿਆ ਹੈ ਜੀ। ਦੀਨੋ ਪਟੋ ਲਿਖਾਏ ਜਿਨ ਕਹੋ ਸ਼ਾਹ ਉਸ ਨਾਮ। ਜਾਂ ਸਾਨੂੰ ਇਹ ਦੱਸੋ ਵੀ ਉਹ ਸ਼ਾਹ ਕੌਣ ਸੀ ਜਾਂ ਉਹ ਬਾਦਸ਼ਾਹ ਕੌਣ ਸੀ ਜਿਨ੍ਹਾਂ ਨੇ ਇਹਨਾਂ ਨੂੰ ਪਟਾ ਲਿਖਾ ਕੇ ਇਹ ਕਹਿਤਾ ਵੀ ਤੁਸੀਂ ਇੱਥੋਂ ਦੇ ਮਾਲਕ ਜੇ। ਐਵੇਂ ਦੀ ਕੋਈ ਘਟਨਾ ਹੋਈ ਹੈ? ਜੇ ਹੋਈ ਹੈ ਤੇ ਸਾਨੂੰ ਦੱਸਣਾ ਕਰੋ। ਚੌਪਈ ਤਬ ਪਾਤਸ਼ਾਹ ਉੱਤਰ ਕਹਿਓ। ਫਿਰ ਦਿੱਲੀ ਦਾ ਬਾਦਸ਼ਾਹ ਅੰਗਰੇਜ਼ਾਂ ਨੂੰ ਜਵਾਬ ਦਿੰਦਾ ਹੈ, ਨਹੀਂ ਸ਼ਾਹ ਕਿਨ ਇਨ ਕੋ ਲਿਖ ਦਿਓ। ਉਹ ਦਿੱਲੀ ਦਾ ਬਾਦਸ਼ਾਹ ਕਹਿੰਦਾ ਵੀ ਕਿਸੇ ਬਾਦਸ਼ਾਹ ਨੇ ਇਹਨਾਂ ਨੂੰ ਕੋਈ ਪਟਾ ਨਹੀਂ ਲਿਖ ਕੇ ਦਿੱਤਾ, ਕਿਸੇ ਨੇ ਨਹੀਂ ਆਖਿਆ ਵੀ ਤੁਸੀਂ ਇੱਥੋਂ ਦੇ ਮਾਲਕ ਬਣ ਜਾਓ। ਨਹੀਂ ਕਾਮ ਕੋ ਇਨੈ ਸਵਾਰਿਓ। ਤੇ ਨਾ ਹੀ ਇਹਨਾਂ ਨੇ ਕੋਈ ਇਸ ਦੇਸ਼ ਦਾ ਕੰਮ ਸਵਾਰਿਆ ਹੈ। ਨਹੀਂ ਗਨੀਮ ਕੋ ਇਨ ਨੈ ਮਾਰਿਓ। ਤੇ ਨਾ ਹੀ ਇਹਨਾਂ ਸਿੰਘਾਂ ਨੇ ਇੱਥੋਂ ਦਾ ਕੋਈ ਦੁਸ਼ਮਣ ਮਾਰਿਆ। ਹੁਣ ਦੇਖੋ ਉਹਦੇ ਅੰਦਰ ਕਪਟ ਸੀ ਨਾ, ਉਹ ਝੂਠ ਬੋਲੀ ਜਾ ਰਿਹਾ। ਹੁਣ ਇਸੇ ਕਰਕੇ ਤਾਂ ਭਾਈ ਰਤਨ ਸਿੰਘ ਨੂੰ ਸਾਰਾ ਇਤਿਹਾਸ ਦੱਸਣ ਦੀ ਲੋੜ ਪਈ ਨਾ। ਹੁਣ ਤੁਸੀਂ ਦੇਖੋ ਵੀ ਉਹ ਕਹਿੰਦਾ ਵੀ ਕੋਈ ਕੰਮ ਨਹੀਂ ਸਵਾਰਿਆ ਇਸ ਦੇਸ਼ ਦਾ। ਹੁਣ ਕੌਣ ਦੱਸੇ ਵੀ ਇੱਥੋਂ ਦੀਆਂ 30-30 ਹਜ਼ਾਰ ਇੱਥੋਂ ਦੀਆਂ ਧੀਆਂ ਨੂੰ ਛਡਾ ਕੇ ਲਿਆਉਂਦੇ ਰਹੇ ਸਿੰਘ, ਤੇ ਕਹਿੰਦੇ ਵੀ ਇੱਥੋਂ ਦਾ ਕੋਈ ਕੰਮ ਨਹੀਂ ਸਵਾਰਿਆ। ਵਿਦੇਸ਼ੀ ਚੜ੍ਹ ਕੇ ਆਉਂਦੇ ਸੀ ਤੇ ਮੁਕਾਬਲਾ ਸਿੰਘ ਕਰਦੇ ਸੀ, ਤੇ ਕਹਿੰਦੇ ਵੀ ਕੋਈ ਦੁਸ਼ਮਣ ਨਹੀਂ ਮਾਰਿਆ। ਤਾਂ ਝੂਠ ਬੋਲੀ ਜਾਂਦਾ। ਕਹਿੰਦੇ ਵੀ ਕਿਸੇ ਤਰ੍ਹਾਂ ਦਾ ਕੋਈ ਦੁਸ਼ਮਣ ਇਹਨਾਂ ਨੇ ਨਹੀਂ ਮਾਰਿਆ। ਨਿਜਮਲ ਮੁਗਲ ਨੇ ਨਾਦਰ ਬੁਲਾਇਓ। ਫਿਰ ਉਹ ਦੱਸਦਾ ਵੀ ਸਿੰਘ ਇੱਥੋਂ ਦੇ ਮਾਲਕ ਬਣੇ ਕਿਵੇਂ। ਉਹ ਕਹਿੰਦਾ ਵੀ ਨਿਜ਼ਾਮੂਦੀਨ ਜਿਹੜਾ ਹੁੰਦਾ ਸੀ ਨਾ ਮੁਗਲ, ਉਹਨੇ ਨਾਦਰ ਸ਼ਾਹ ਨੂੰ ਬੁਲਾਵਾ ਦਿੱਤਾ ਵੀ ਤੂੰ ਆ ਕੇ ਦਿੱਲੀ ਤੇ ਹਮਲਾ ਕਰ। ਦਿੱਲੀ ਕੋ ਉਨ ਨਾਸ ਕਰਾਇਓ। ਔਰ ਨਿਜ਼ਾਮੂਦੀਨ ਮੁਗਲ ਸੀ ਜਿਹੜਾ, ਉਹਨੇ ਨਾਦਰ ਸ਼ਾਹ ਨੂੰ ਬੁਲਾ ਕੇ ਇੱਥੋਂ ਦਿੱਲੀ ਦਾ ਜਿਹੜਾ ਉਹਨੇ ਨਾਸ਼ ਕਰਵਾਇਆ। ਰੋਹੇਲੇ ਨਜ਼ੀਬੇ ਅਹਿਮਦ ਸ਼ਾਹ ਸਦਵਾਇਓ। ਔਰ ਜਿਹੜਾ ਰੋਹੇਲਿਆਂ ਦਾ ਨਜ਼ੀਬ ਖਾਂ ਸੀ, ਉਹਨੇ ਅਹਿਮਦ ਸ਼ਾਹ ਨੂੰ ਸੱਦਣਾ ਕੀਤਾ। ਭਾਊ ਮੁਹੱਟੋ ਉਹਨੇ ਗਲਵਾਇਓ। ਔਰ ਉਹਨੇ ਇੱਥੇ ਹਮਲਾ ਕਰਵਾ ਕੇ ਮਰਹੱਟਿਆਂ ਦਾ ਨਾਸ਼ ਕਰਵਾਇਆ, ਕਿਉਂਕਿ ਦੇਸ਼ ਵਿੱਚ ਮਰਹੱਟੇ ਵੀ ਬੜੇ ਤਾਕਤਵਰ ਸੀ। ਪਰ ਇੱਥੋਂ ਇਹ ਬਾਹਰ ਦੇ ਵਿਦੇਸ਼ੀਆਂ ਨੂੰ ਸੱਦਾ ਦਿੱਤਾ, ਨਾਦਰ ਸ਼ਾਹ ਵਰਗੇ
ਔਰ ਅਹਿਮਦ ਸ਼ਾਹ ਵਰਗੇ ਆਉਂਦੇ ਤੇ ਉਹਨਾਂ ਨੇ ਮਰਹੱਟਿਆਂ ਦਾ ਨਾਸ਼ ਕਰ ਦਿੱਤਾ। ਜਿਹੜੇ ਮਰਹੱਟੇ ਤਾਕਤਵਰ ਦਿਖਦੇ ਸੀ ਉਹਨਾਂ ਦਾ ਵੀ ਫਿਰ ਕੋਈ ਵਸ ਨਹੀਂ ਚੱਲਿਆ। ਆਪ ਥੱਕ ਕੈ ਉਹ ਮੁੜ ਗਇਓ। ਫਿਰ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਇਹ ਇਸ ਦੇਸ਼ ਨੂੰ ਲੁੱਟ ਕਸੁੱਟ ਕੇ ਥੱਕ ਥੁੱਕ ਕੇ ਵਾਪਸ ਮੁੜ ਗਿਆ। ਮੁਲਕ ਆਕੀ ਇਮ ਉਸਨ ਤੇ ਰਹਿਓ। ਤੇ ਇਹ ਦਿੱਲੀ ਦਾ ਬਾਦਸ਼ਾਹ ਕਹਿੰਦਾ ਵੀ ਅਸੀਂ ਤਾਂ ਫਿਰ ਉਹ ਅਹਿਮਦ ਸ਼ਾਹ ਵਰਗਿਆਂ ਦੇ ਨਾਲ ਹੀ ਲੜਨ ਤੇ ਜਿਹੜੇ ਮਤਲਬ ਉੱਧਰ ਰੁੱਝੇ ਹੋਏ ਸੀ ਤੇ ਸਿੰਘਾਂ ਨੂੰ ਇਸ ਗੱਲ ਦਾ ਮੌਕਾ ਮਿਲ ਗਿਆ। ਇਹ ਫਿਰ ਪਿੰਡਾਂ 'ਚੋਂ ਉੱਠੇ ਡਾਂਗਾ ਸੋਟੀਆਂ ਲੈ ਕੇ ਇਹਨਾਂ ਨੇ ਇਲਾਕੇ ਪਿੰਡ ਮਲਕ ਲਏ। ਇਸ ਤਰ੍ਹਾਂ ਇਹ ਜਿਹੜੇ ਮੁਲਕ ਜਿਹੜਾ ਸੀ ਇਹ ਆਕੀ ਹੋ ਗਿਆ। ਸ਼ਾਹ ਦੁਸ਼ਟ ਇਮ ਕਪਟ ਉਚਾਰਾ। ਭਾਈ ਰਤਨ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਫਿਰ ਦਿੱਲੀ ਦੇ ਬਾਦਸ਼ਾਹ ਨੇ ਕਪਟ ਉਚਾਰਿਆ, ਭਾਵ ਸਾਰਾ ਝੂਠ ਬੋਲਿਆ। ਹੁਣ ਇਹ ਝੂਠ ਹੀ ਸੀ ਵੀ ਅਸੀਂ ਜੀ ਨਾਦਰ ਸ਼ਾਹ ਹੋਣਾ ਦੇ ਨਾਲ ਲੜਨ 'ਚ ਰੁੱਝੇ ਸੀ, ਸਾਡਾ ਧਿਆਨ ਉੱਧਰ ਸੀ ਤੇ ਸਿੰਘਾਂ ਨੂੰ ਮੌਕਾ ਮਿਲ ਗਿਆ, ਉਹਨਾਂ ਵੱਲ ਧਿਆਨ ਨਹੀਂ ਸਾਡਾ ਗਿਆ ਤੇ ਉਹਨਾਂ ਨੇ ਇਲਾਕੇ ਮਲਕ ਲਏ। ਸਾਧ ਸੰਗਤ ਇਹ ਜਿੰਨਾ ਵੀ ਸਾਰਾ ਝੂਠ ਸੀ ਇਹ ਦਿੱਲੀ ਦਾ ਬਾਦਸ਼ਾਹ ਬੋਲ ਰਿਹਾ ਹੈ। ਸਿੰਘਨ ਉੱਪਰ ਤੋੜਾ ਝਾੜਾ। ਤੇ ਸਾਰਾ ਤੋੜਾ ਜਿਹੜਾ ਸਿੰਘਾਂ ਤੇ ਝਾੜ ਦਿੱਤਾ, ਸਿੰਘਾਂ ਨੂੰ ਗਲਤ ਬੋਲ ਰਿਹਾ, ਸਿੰਘਾਂ ਦੀ ਬਦਨਾਮੀ ਕਰ ਦਿੱਤੀ। ਸਿੰਘਨ ਕੋ ਉਨ ਰੈਤ ਬਤਾਇਓ। ਸਿੰਘਨ ਕੋ ਉਨ ਰਈਅਤ ਬਤਾਇਓ। ਸਿੰਘ ਰਈਅਤ ਦਾ ਅਰਥ ਹੈ ਪਰਜਾ। ਉਹਨੇ ਸਿੰਘਾਂ ਨੂੰ ਇੱਕ ਮਾਮੂਲੀ ਜੀ ਗਰੀਬ ਜੀ ਪਰਜਾ ਹੀ ਦੱਸਿਆ ਵੀ ਇਹ ਤਾਂ ਗਰੀਬ ਜੀ ਪਰਜਾ ਸੀ ਇੱਥੋਂ ਦੀ। ਸਿੰਘਾਂ ਨੂੰ ਇੱਕ ਬਸ ਰਈਅਤ ਹੀ ਦੱਸਦਾ ਹੈ। ਨਹਿ ਉਨ ਖਾਲਸੋ ਪੰਥ ਜਿਤਾਇਓ। ਉਹਨੇ ਇਹ ਨਹੀਂ ਦੱਸਿਆ ਵੀ ਖਾਲਸਾ ਇੱਕ ਵੱਖਰਾ ਤੇ ਨਿਆਰਾ ਪੰਥ ਹੈ, ਇਹ ਕੋਈ ਆਮ ਗਰੀਬ ਜੀ ਪਰਜਾ ਨਹੀਂ ਹੈਗੀ, ਇੱਕ ਨਿਆਰਾ ਪੰਥ ਹੈ, ਬੜੀ ਚੜ੍ਹਦੀ ਕਲਾ ਵਾਲਾ ਪੰਥ ਹੈ। ਨਹਿ ਉਨ ਗੁਰੂਅਨ ਭੇਦ ਕਸ਼ ਕਹਾ। ਉਸ ਦਿੱਲੀ ਦੇ ਬਾਦਸ਼ਾਹ ਨੇ ਜਦੋਂ ਅੰਗਰੇਜ਼ਾਂ ਨੂੰ ਸਾਰਾ ਕੁਝ ਦੱਸਿਆ ਪਰ ਉਹਨੇ ਗੁਰੂ ਸਾਹਿਬਾਨਾਂ ਬਾਰੇ ਕੁਝ ਵੀ ਨਹੀਂ ਦੱਸਿਆ। ਨਹਿ ਉਨ ਗੁਰੂਅਨ ਭੇਦ ਕਸ਼ ਕਹਾ, ਗੁਰੂਆਂ ਦੇ ਬਾਰੇ ਉਹਨੇ ਕੋਈ ਜ਼ਿਕਰ ਹੀ ਨਹੀਂ ਕੀਤਾ। ਗੁਰਨ ਸ਼ਾਹਨ ਜਿਮ ਝਗੜੋ ਰਹਾ। ਜਿਵੇਂ ਗੁਰੂਆਂ ਤੇ ਇੱਥੋਂ ਦੇ ਬਾਦਸ਼ਾਹਾਂ ਦੀ ਟੱਕਰ ਹੁੰਦੀ ਰਹੀ। ਗੁਰੂ ਸਾਹਿਬ ਹੋਣੀ ਸੱਚ ਦੇ ਰਸਤੇ ਤੇ ਚੱਲਦੇ ਸੀ ਪਰ ਇੱਥੋਂ ਦੇ ਬਾਦਸ਼ਾਹ ਜ਼ੁਲਮ ਕਰਦੇ ਸੀ। ਜਿਵੇਂ ਸੱਚ ਤੇ ਝੂਠ ਦੀ ਟੱਕਰ ਹੁੰਦੀ ਰਹੀ, ਗੁਰੂ ਸਾਹਿਬਾਨ ਤੇ ਇੱਥੋਂ ਦੇ ਬਾਦਸ਼ਾਹ ਦਾ ਸਦਾ ਹੀ ਇੱਕ ਵੈਰ ਭਾਵ ਝਗੜਾ ਚੱਲਦਾ ਰਿਹਾ, ਟੱਕਰ ਹੁੰਦੀ ਰਹੀ, ਇਹਦਾ ਕੋਈ ਵੀ ਉਹਨੇ ਜ਼ਿਕਰ ਨਹੀਂ ਕੀਤਾ। ਦੋਹਰਾ ਸ੍ਰੀ ਗੁਰੂ ਨਾਨਕ ਜਿਮ ਭਇਓ ਆਗੇ ਵਧਿਓ ਪ੍ਰਤਾਪ। ਇਹਨੇ ਇਹ ਨਹੀਂ ਦੱਸਿਆ ਵੀ ਗੁਰੂ ਨਾਨਕ ਸਾਹਿਬ ਇਹਨਾਂ ਦੇ ਆਗੂ ਸਿੱਖ ਹੋਏ, ਭਾਵ ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਇਹਨਾਂ ਦੇ ਗੁਰੂ ਹੋਏ ਨੇ ਜਿਨ੍ਹਾਂ ਨੇ ਇਹ ਪੰਥ ਚਲਾਇਆ ਹੈ ਤੇ ਉਹਨਾਂ ਦਾ ਇਸ ਦੁਨੀਆ ਦੇ ਵਿੱਚ ਪ੍ਰਤਾਪ ਵਧਿਆ। ਜਿਮ ਬਾਬਰ ਪਰ ਕਿਰਪਾ ਭਈ ਕਹਿਓ ਨਾ ਮਨ ਰਖ ਪਾਪ। ਜਿਵੇਂ ਗੁਰੂ ਨਾਨਕ ਸਾਹਿਬ ਨੇ ਬਾਬਰ ਤੇ ਕਿਰਪਾ ਕੀਤੀ, ਜਿਹੜਾ ਬਾਬਰ ਕਦੀ ਚੜ੍ਹ ਕੇ ਆਇਆ ਏਮਨਾਬਾਦ ਦੀ ਧਰਤੀ ਤੇ ਜ਼ੁਲਮ ਕੀਤਾ, ਗੁਰੂ ਨਾਨਕ ਸਾਹਿਬ ਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਰਹਿਮਤ ਵਰਤਾਈ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਤਾਪ ਦੇ ਸਾਹਮਣੇ ਬਾਬਰ ਵੀ ਝੁਕ ਗਿਆ। ਜਦੋਂ ਗੁਰੂ ਸਾਹਿਬ ਨੇ ਬਾਬਰ ਨੂੰ ਜ਼ਾਬਰ ਆਖਿਆ, ਬਾਬਰ ਵੀ ਝੁਕ ਗਿਆ ਤੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਫਿਰ ਰਾਜ ਕਰਨ ਦੀਆਂ ਜੁਗਤਾਂ ਦਸੀਆਂ। ਐਸਾ ਕੋਈ ਜ਼ਿਕਰ ਇਹ ਦਿੱਲੀ ਦਾ ਬਾਦਸ਼ਾਹ ਅੰਗਰੇਜ਼ਾਂ ਦੇ ਸਾਹਮਣੇ ਨਹੀਂ ਕਰਦਾ। ਤੋ ਇੱਥੋਂ ਦੋਹਰੇ ਤੋਂ ਹੀ ਆਪਾਂ ਅੱਗੇ ਵਿਚਾਰ ਜਾਰੀ ਕਰਾਂਗੇ। ਸਾਧ ਸੰਗਤ ਅੱਜ ਆਪਾਂ ਇੰਨਾ ਹੀ ਵਿਚਾਰਿਆ ਕਿ ਕਿਵੇਂ ਜਿਹੜੇ ਅੰਗਰੇਜ਼ ਇਸ ਦੇਸ਼ ਦੇ ਵਿੱਚ ਆਉਂਦੇ ਆ ਪਰ ਇੱਧਰੋਂ ਸਿੰਘ ਜਿਹੜੇ ਹਨ ਉਹ ਅੰਗਰੇਜ਼ਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੰਦੇ। ਇਸ ਕਰਕੇ ਅੰਗਰੇਜ਼ਾਂ ਦੇ ਮਨ ਦੇ ਵਿੱਚ ਇੱਛਾ ਜਾਗਦੀ ਆ ਵੀ ਜਿਹੜੇ ਇਹ ਸਿੰਘ ਇੰਨੇ ਤਾਕਤਵਰ ਨੇ ਇਹਨਾਂ ਦੇ ਬਾਰੇ ਜਾਣਨਾ ਜ਼ਰੂਰੀ ਹੈ। ਇਸ ਕਰਕੇ ਉਹ ਦਿੱਲੀ ਦੇ ਬਾਦਸ਼ਾਹ ਨੂੰ ਪੁੱਛਦੇ ਹਨ ਵੀ ਕੌਣ ਹੈ ਇਹ, ਪਰ ਦਿੱਲੀ ਦਾ ਬਾਦਸ਼ਾਹ ਅੰਗਰੇਜ਼ਾਂ ਨੂੰ ਸੱਚ ਨਹੀਂ ਦੱਸਦਾ, ਉਹ ਸਿੰਘਾਂ ਬਾਰੇ ਝੂਠ ਹੀ ਦੱਸਦਾ। ਜੇ ਕਿਤੇ ਉਹ ਕਾਮਯਾਬ ਹੋ ਜਾਂਦਾ ਤੇ ਦੁਨੀਆ ਪੱਧਰ ਤੇ ਸਿੱਖਾਂ ਦੇ ਇਤਿਹਾਸ ਨੂੰ ਮਲੀਆਮੇਟ ਕੀਤਾ ਜਾਣਾ ਸੀ। ਦੁਨੀਆ ਪੱਧਰ ਤੇ ਅੱਜ ਜੇ ਅਸੀਂ ਇਤਿਹਾਸ ਪੜ੍ਹਦੇ ਤੇ ਅਸੀਂ ਫਿਰ ਪੜ੍ਹ ਕੇ ਮਾਣ ਮਹਿਸੂਸ ਨਹੀਂ ਸੀ ਕਰਨਾ, ਕਿਉਂਕਿ ਸਾਰਾ ਝੂਠ ਹੀ ਦੁਨੀਆ ਦੇ ਵਿੱਚ ਪ੍ਰਚਾਰ ਦਿੱਤਾ ਜਾਣਾ ਸੀ। ਪਰ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਅਸੀਂ ਫਿਰ ਇਹ ਸਾਰੀ ਚੀਜ਼ ਦੀ ਵਿਚਾਰ ਕੀਤੀ ਔਰ ਫਿਰ ਜਿਹੜਾ ਆਪਾਂ ਅਗਲੇ ਸਮਾਗਮ ਦੇ ਵਿੱਚ ਇਹ ਪ੍ਰਸੰਗ ਵਿਚਾਰਾਂਗੇ ਫਿਰ ਕਿਵੇਂ ਭਾਈ ਰਤਨ ਸਿੰਘ ਜੀ ਨੇ ਦੁਨੀਆ ਦੇ ਸਾਹਮਣੇ ਸਿੱਖ ਇਤਿਹਾਸ ਦਾ ਸੱਚ ਦੱਸਿਆ। ਉਹਦਾ ਸਾਰਾ ਜ਼ਿਕਰ ਆਪਾਂ ਆਉਣ ਵਾਲੇ ਪ੍ਰਸੰਗ ਦੇ ਵਿੱਚ ਪੜ੍ਹਾਂਗੇ। ਸਾਧ ਸੰਗਤ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ੇਂਦ ਹਨ, ਬਖਸ਼ ਲੈਣ। ਆਓ ਆਖਰੀ ਦੋ ਤੁਕਾਂ ਪੜ੍ਹ ਕੇ ਫਿਰ ਫਤਿਹ ਵਿੱਚ ਹਾਜ਼ਰੀ ਭਰੀਏ ਜੀ। ਸ੍ਰੀ ਗੁਰੂ ਨਾਨਕ ਜਿਮ ਭਇਓ ਆਗੇ ਵਧਿਓ ਪ੍ਰਤਾਪ। ਜਿਮ ਬਾਬਰ ਪਰ ਕਿਰਪਾ ਭਈ ਕਹਿਓ ਨਾ ਮਨ ਰਖ ਪਾਪ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।